हाँ जी, तो सैकेंड स्टैप हुण आपां अगे वधदे हां थोड़ा जिहा। जिवें कि आपां स्कूल पढ़दे हुंदे सी, स्कूल च टीचर सानूं कैन कुड वुड शुड कराउंदे सी, सेंटेंस फॉर्मेशनस कराउंदे सी, इहदे नाल नाल सानूं प्रीपोजिशंस वगैरह कराईਆਂ ਜਾਂਦੇ ਸੀ। ਤਾਂ ਆਪਾਂ ਅੱਜ ਪਹਿਲਾ ਕਨਸੈਪਟ ਆਪਣਾ ਲੈ ਕੇ ਚੱਲਦੇ ਹਾਂ ਜਿਹਨੂੰ ਕਿਹਾ ਜਾਂਦਾ ਮਿਡॉल्स, ਰਾਈਟ। ਤਾਂ ਅੱਜ ਆਪਣਾ ਪਹਿਲਾ ਮਿਡॉल ਸ਼ੁਰੂ ਹੋ ਰਿਹਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਯੂਜ਼ਸ ਆਫ should have, uses of should have, uses of should have यानी कि should have ਦੀ ਵਰਤੋਂ, uses of should have ਦੀ ਵਰਤੋਂ ਇਸ ਨੂੰ ਜ਼ਿਆਦਾਤਰ ਪਾਸਟ ਦੀ ਕਿਸੇ ਗੱਲ ਨੂੰ ਲੈ ਕੇ ਪ੍ਰੈਜ਼ੈਂਟ ਚ ਵਰਤਿਆ ਜਾਂਦਾ ਹੈ। ਯਾਨੀ ਯੂ ਵਰਤੋਂ ਇਹਦੀ ਪ੍ਰੈਜ਼ੈਂਟ ਚ ਹੁੰਦੀ ਹੈ ਪਰ ਗੱਲ 1 ਸੈਕਿੰਡ ਬੀਤੀ ਹੈ ਜਾਂ 1 ਕਰੋੜ ਸਾਲ ਪੁਰਾਣੀ ਗੱਲ ਹੈ, ਬੀਤੀ ਹੋਈ ਗੱਲ ਨੂੰ ਪ੍ਰੈਜ਼ੈਂਟ ਚ ਰਿਪਰੈਜ਼ੈਂਟ ਕਰਦਾ ਹੈ। ਹੁਣ ਸਭ ਤੋਂ ਪਹਿਲੀ ਚੀਜ਼ ਇਹ ਕੰਮ ਆਉਂਦਾ ਹੈ ਕਿਸੇ ਨੂੰ ਸਲਾਹ ਦੇਣਾ, ਲੈਣਾ, ਜਾਂ ਦੂਸਰਾ ਆਉਂਦਾ ਹੈ ਕਿਸੇ ਨੂੰ ਸਮਝਾਉਣਾ। ਦੋ ਹੀ ਚੀਜ਼ਾਂ ਦੇ ਕੰਮ ਆਉਂਦਾ। ਇੱਕ ਦੇਸੀ ਤਰੀਕੇ ਨਾਲ ਤੁਹਾਨੂੰ ਸਮਝਾ ਰਿਹਾ ਕਿ ਸਭ ਤੋਂ ਪਹਿਲੀ ਚੀਜ਼ ਇਹ ਕੰਮ ਆਉਂਦਾ ਕਿਸੇ ਨੂੰ ਸਲਾਹ ਦੇਣਾ, ਲੈਣਾ ਜਾਂ ਸਮਝਾਉਣਾ। ਹੁਣ ਆਪਾਂ ਨੂੰ ਕਿਵੇਂ ਪਤਾ ਚੱਲੇ ਕਿ ਇੱਥੇ ਯੂਜ਼ਸ ਆਫ ਸ਼ੁੱਡ ਹੈਵ ਦਾ ਹੀ ਪ੍ਰਯੋਗ ਹੋਏਗਾ? ਤਾਂ ਇਹਦੀ ਇੱਕ ਪਹਿਚਾਣ ਹੁੰਦੀ ਹੈ। ਉਹ ਪਹਿਚਾਣ ਇਹ ਹੈ ਕਿ ਜਿਹੜੀ ਵੀ ਤੁਹਾਡੀ ਭਾਸ਼ਾ ਹੈ, ਹਿੰਦੀ, ਪੰਜਾਬੀ, ਕੰਨੜ, ਮਰਾਠੀ, ਗੁਜਰਾਤੀ, ਜਿਹੜੀ ਵੀ ਭਾਸ਼ਾ ਤੁਸੀਂ ਗੱਲ ਕਰਦੇ ਹੋ ਉਹਦੇ ਅੰਤ ਦੇ ਵਿੱਚ ਆਉਣਾ ਚਾਹੀਦਾ ਹੈ ਚਾਹੀਦਾ ਸੀ, ਚਾਹੀਦੀ ਸੀ ਔਰ ਚਾਹੀਦੇ ਸਨ। ਚਾਹੀਦਾ ਸੀ, ਚਾਹੀਦੀ ਸੀ ਔਰ ਚਾਹੀਦੇ ਸਨ। ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਹੁਣ ਆਪਾਂ ਗੈਰੀ, ਤੁਸੀਂ ਮੇਰੇ ਨਾਲ ਬੈਠੇ ਹੋ, ਰਾਈਟ। ਆਪਾਂ ਦੋਨੋਂ ਨੌਕਰੀ ਕਰਦੇ ਆ, ਕਿਸੇ ਜੌਬ ਤੇ ਜਾਂਦੇ ਆ। ਮੈਂ ਅੱਜ ਨੌਕਰੀ ਤੇ ਪਹੁੰਚਿਆ, ਜੌਬ ਤੇ ਪਹੁੰਚਿਆ, ਮੈਂ ਕੀ ਦੇਖਿਆ 9 ਵਜ ਗਏ, ਯਾਰ ਗੈਰੀ ਨਹੀਂ ਆਇਆ। ਮੈਂ ਫੋਨ ਕੀਤਾ, ਗੈਰੀ ਮੈਨੂੰ ਨਹੀਂ ਮਿਲਿਆ, ਫੋਨ ਨਹੀਂ ਪਿਕ ਹੋਇਆ। ਮੈਂ ਘਰ ਆ ਗਿਆ, ਮੈਂ ਦੇਖਿਆ ਗੈਰੀ ਸੁੱਤਾ ਪਿਆ। ਤਾਂ ਮੈਂ ਕਹਿੰਦਾ ਗੈਰੀ ਯਾਰ ਉੱਠ, 9 ਵਜ ਗਏ, ਤੈਨੂੰ ਅੱਜ ਡਿਊਟੀ ਤੇ ਜਾਣਾ ਚਾਹੀਦਾ ਸੀ। ਏਦਾਂ ਹੀ ਆਪਣੇ ਫਾਦਰ ਹੈ, ਮਦਰ ਹੈ, ਉਹ ਕੀ ਸਮਝਾਉਂਦੇ ਆ ਕਿ ਬੇਟਾ ਤੈਨੂੰ ਪਹਿਲਾਂ ਪੜ੍ਹਾਈ ਕਰਨੀ ਚਾਹੀਦੀ ਸੀ, ਤੈਨੂੰ ਉਹਦੇ ਕਾਰਨ ਨਹੀਂ ਜਾਣਾ ਚਾਹੀਦਾ ਸੀ, ਤੈਨੂੰ ਪਹਿਲਾਂ ਪੜ੍ਹਨਾ ਚਾਹੀਦਾ ਸੀ। ਯਾਨੀ ਕਿਸੇ ਨੂੰ ਸਲਾਹ ਦਿੰਦੇ ਆ ਜਾਂ ਸਮਝਾਉਣੇ ਆ, ਉਹਦੇ ਲਈ ਯੂਜ਼ਸ ਆਫ ਸ਼ੁੱਡ ਹੈਵ ਦਾ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਇਸ ਨੂੰ ਕਰਨ ਦੇ ਲਈ ਆਪਾਂ ਨੂੰ ਲੋੜ ਪੈਂਦੀ ਹੈ ਬਹੁਵਚਨ ਅਤੇ ਇੱਕ ਵਚਨ ਦੀ। ਸਬਜੈਕਟਸ ਜੋ ਆਪਾਂ ਇਸ ਤੋਂ ਪਹਿਲਾਂ ਕੀਤੇ ਆ, ਤਾਂ ਬਹੁਵਚਨ ਇੱਥੇ 2 ਲਿਖਣ ਦਾ ਮਤਲਬ ਹੈ ਬਹੁਵਚਨ, 1 ਲਿਖਣ ਦਾ ਮਤਲਬ ਹੈ ਇੱਕ ਵਚਨ। ਯਾਨੀ ਇੱਕ ਅੰਦਾਜ਼ਾ ਜਿਹਾ ਲਾਇਆ ਕਿ 2 ਆਪਾਂ ਨੇ ਆਪਣੀ ਨਿਸ਼ਾਨੀ ਲਈ ਲਾਦਾ ਵੀ 2 ਮਤਲਬ ਬਹੁਵਚਨ, ਇੱਕ ਵਚਨ, ਇੱਕ ਮਤਲਬ ਇੱਕ ਵਚਨ। ਤਾਂ ਬਹੁਵਚਨ ਕਿਹੜੇ ਆ ਮੈਂ ਤੁਹਾਡੀ ਉਂਗਲਾਂ ਤੇ ਯਾਦ ਕਰਵਾਈ ਹੈ। I, we, you ਅਤੇ they। ਇੱਕ ਵਚਨ he, she, it ਔਰ name। ਤਾਂ ਜਿਹੜਾ ਫਾਰਮੂਲਾ ਹੈ ਉਹ ਇਹ ਕਹਿੰਦਾ ਹੈ कि चाहे बहुवचन है या एक वचन है, प्लूरल्स है या सिंगुलर है, जद तक जोंदे हो, जब तक अखा बंद करके पहचान ए होवे, कम ए होण, अखा बंद करके चाहे बहुवचन होवे या एक वचन, दोहां दे नाल लगूगा यूजेस ऑफ should plus have verb ਦੀ थर्ड फॉर्म ਦੇ ਨਾਲ ऑब्जेक्ट। कदे कंफ्यूज होने की लोड़ नहीं है कि ਜਦੋਂ ਤੁਹਾਨੂੰ ਪਤਾ ਲੱਗੇ ਯਾਰ ਤੈਨੂੰ ਉਸ ਬੰਦੇ ਦੇ ਘਰ ਨਹੀਂ ਜਾਣਾ ਚਾਹੀਦਾ ਸੀ, ਤੈਨੂੰ ਪੈਸੇ ਦੇਣੇ ਚਾਹੀਦੇ ਸੀ ਜਾਂ ਬਿੱਲ ਪੇ ਕਰਨਾ ਚਾਹੀਦਾ ਸੀ, ਤੁਹਾਨੂੰ ਪਤਾ ਹੈ ਵੀ ਇਹ ਗੱਲ ਕਨਫਰਮਡ ਹੈ, ਤਾਂ ਬਹੁਵਚਨ ਹੋਵੇ ਇੱਕ ਵਚਨ ਹੋਵੇ ਯੂਜ਼ਸ ਆਫ ਸ਼ੁੱਡ ਹੈਵ ਦੇ ਨਾਲ verb ਦੀ ਥਰਡ ਫਾਰਮ ਹੀ ਲੱਗੇਗੀ ਔਰ ऑब्जेक्ट। ठीक है जी। और ਇਹ याद रखना कि काफी बच्चे कंफ्यूज हो जाते हैं कि ਕੱਲਾ should ਜਿਹੜਾ ਹੈ ਉਹ ਅੱਡ ਚੀਜ਼ ਹੈ। should present ਚ यूज ਹੁੰਦਾ ਹੈ, ਮੈਂ ਤੁਹਾਨੂੰ ਦੱਸਿਆ ਇਹ ਵੀ present ਹੁੰਦਾ ਪਰ past ਦੀ ਕਿਸੇ ਗੱਲ ਨੂੰ ਲੈ ਕੇ ਹੁੰਦਾ ਹੈ। ਮੋਸਟਲੀ ਸਕੂਲ ਦੇ ਵਿੱਚ ਬੱਚਾ कंफ्यूज रहता है, सर मैंने राम नाल शुड हैव लाता जी, दे नाल भी लगू, ही नाल भी लगू, ਤਾਂ ਕਨਫਿਊਜ਼ਨ ਨਹੀਂ ਹੈ। ਜਦੋਂ ਇਹ ਬ੍ਰੈਕਟ ਬੰਦ ਕਰ ਦਿੱਤੀ ਤਾਂ ਇਹਦਾ ਮਤਲਬ ਚਾਹੇ ਬਹੁਵਚਨ ਹੈ ਜਾਂ ਇੱਕ ਵਚਨ ਹੈ, ਦੋਹਾਂ ਨਾਲ should have ਦਾ ਹੀ ਪ੍ਰਯੋਗ ਹੋਏਗਾ। ਤਾਂ ਆਪਾਂ ਇਹਦਾ ਇੱਕ ਫਾਰਮੂਲਾ ਬਣਾਉਣੀ ਆ। ਫਾਰਮੂਲਾ ਕਹਿੰਦਾ ਹੈ ਕਿ ਸਭ ਤੋਂ ਪਹਿਲੀ ਚੀਜ਼ ਯੂਜ਼ ਕਰੋ ਸਬਜੈਕਟ। ਸਬਜੈਕਟਸ ਆ ਗਿਆ I, we, you, they, he, she, it ਔਰ name। ਫਿਰ ਯੂਜ਼ਸ ਆਫ should have ਦਾ ਪ੍ਰਯੋਗ ਕਰੋ। should plus have plus V3 and object। V3 called verb ਦੀ ਤੀਸਰੀ ਫਾਰਮ, ਥਰਡ ਫਾਰਮ। ਆਪਾਂ ਇੱਕ ਸੈਂਟੈਂਸ ਬਣਾਉਣੇ ਆ ਜਿਵੇਂ ਕਿ they should have gone there, ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਸੀ। ਤਾਂ ਇਹ ਕੀ ਆ ਗਿਆ ਆਪਣੇ ਕੋਲ ਸਬਜੈਕਟ। ਇਹ ਕੀ ਆ ਗਿਆ ਯੂਜ਼ਸ ਆਫ should plus have। ਇਹ ਕੀ ਆ ਗਈ verb ਦੀ ਥਰਡ ਫਾਰਮ ਦੇ ਨਾਲ। ਇਹ ਕੀ ਆ ਗਿਆ ਆਪਣੇ ਕੋਲ object। क्लियर है? राइट। ऐदा ही जिवें कि your father, your mother, your sister, Ram, Sham, Geeta, Sita, anything, anyone, your father should have taken
द मेडिसिन ਤੁਹਾਡੇ ਪਿਤਾ ਜੀ ਨੂੰ ਦਵਾਈ ਲੈਣੀ ਚਾਹੀਦੀ ਸੀ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਆਪਣੇ ਫਾਦਰ ਸਾਹਿਬ ਹੈ ਮੋਸਟਲੀ ਬਜ਼ੁਰਗ ਕੀ ਹੈ ਉਹ ਦਵਾਈ ਅਵੋਇਡ ਕਰਦੇ ਆ ਪਰ ਕੋਈ ਗੱਲਾਂ ਇਹ ਜਿਹੀਆਂ ਕਿ ਦਵਾਈ ਨਾਲ ਹੀ ਠੀਕ ਹੋ ਸਕਦੀਆਂ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਹੁਣ ਡਾਕਟਰ ਹੈ ਜਾਂ ਕੋਈ ਹੋਰ ਬੰਦਾ ਉਹ ਆਪਾਂ ਨੂੰ ਕਹਿੰਦਾ ਯਾਰ ਉਹਨਾਂ ਨੂੰ ਦਵਾਈ ਲੈਣੀ ਚਾਹੀਦੀ ਸੀ ਉਹ ਦਵਾਈ ਨਹੀਂ ਲੈ ਰਹੇ ਤਾਂ ਉੱਥੇ ਯੂਜ਼ਸ ਆਫ ਸ਼ੁੱਡ ਹੈਵ ਦਾ ਪ੍ਰਯੋਗ ਹੈ ਕਿ ਅਗਰ ਆਪਾਂ ਪਾਪਾ ਨੂੰ ਵੀ ਕਹਿੰਦੇ ਆ ਕਿ ਪਾਪਾ ਯੂ should have taken the medicine ਤੁਹਾਨੂੰ ਦਵਾਈ ਲੈਣੀ ਚਾਹੀਦੀ ਸੀ ਅਗਰ ਆਪਾਂ ਡਾਕਟਰ ਦੀ ਗੱਲ ਮੰਨਦੇ ਤਾਂ ਡਾਕਟਰ ਇੱਥੇ ਕਹਿੰਦਾ your father should have taken the medicine ਤੁਹਾਡੇ ਪਿਤਾ ਜੀ ਨੂੰ ਦਵਾਈ ਲੈਣੀ ਚਾਹੀਦੀ ਸੀ ਐਦਾਂ ਹੀ you we ਰਾਮ ਸ਼ਾਮ ਕੋਈ ਵੀ ਆਪਾਂ ਨਾਮ ਲੈ ਸਕਦੇ ਹਾਂ ਤੂੰ ਮੈਂ my sister your sister ਕੋਈ ਵੀ you we ਰਾਮ ਸ਼ਾਮ should have joined Sehgal Institute for IELTS for English ਤੈਨੂੰ ਮੈਨੂੰ ਉਸ ਨੂੰ ਰਾਮ ਨੂੰ ਸ਼ਾਮ ਨੂੰ IELTS ਲਈ ਇੰਗਲਿਸ਼ ਲਈ ਸੈਗਲ ਇੰਸਟੀਚਿਊਟ ਜੁਆਇਨ ਕਰਨਾ ਚਾਹੀਦਾ ਸੀ ਕਈ ਵਾਰੀ ਕੀ ਹੁੰਦਾ ਹੈ ਕਿ ਆਪਣੇ ਕੋਈ ਦੋਸਤ ਮਿੱਤਰ ਹੋ ਕਿਤੇ ਪੜ ਰਹੇ ਹੈ ਉਹ ਸੈਟੀਸਫਾਈਡ ਨਹੀਂ ਹੈ ਤੁਸੀਂ ਮੇਰੇ ਕੋਲ ਪੜ ਰਹੇ ਹੋ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਸਾਡੀ ਕਲਾਸ ਥੋੜੀ ਅੱਛੀ ਜਾ ਰਹੀ ਹੈ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਕਿ ਦੂਸਰੇ ਮਾੜੇ ਆ ਮੇਰਾ ਕਹਿਣ ਦਾ ਮਤਲਬ ਕਈ ਵਾਰੀ ਆਪਣੀ ਗੱਲ ਹੁੰਦੀ ਹੈ ਕਿ ਯਾਰ ਤੈਨੇ ਇਹ ਗਲਤੀ ਕੀਤੀ ਤੈਨੂੰ ਉਹ ਇੰਸਟੀਚਿਊਟ ਨਹੀਂ ਤੈਨੂੰ ਸੈਗਲ ਇੰਸਟੀਚਿਊਟ ਜੁਆਇਨ ਕਰਨਾ ਚਾਹੀਦਾ ਸੀ ਤਾਂ ਉੱਥੇ ਆਪਾਂ ਲਿਖਦੇ ਕਿ ਯੂ ਵੀ ਰਾਮ ਸ਼ਾਮ ਗੀਤਾ ਸੀਤਾ ਯੋਰ ਮਦਰ ਮਾਈ ਸਿਸਟਰ ਕੋਈ ਵੀ ਕਰ ਸਕਦਾ ਹੈ should have joined ਸੈਗਲ ਇੰਸਟੀਚਿਊਟ ਫॉर ਆਰਟਸ ਤੈਨੂੰ ਮੈਨੂੰ ਆਰਟਸ ਲਈ ਸਪੋਕਨ ਲਈ ਸੈਗਲ ਇੰਸਟੀਚਿਊਟ ਜੁਆਇਨ ਕਰਨਾ ਚਾਹੀਦਾ ਸੀ ਇੱਕ ਆਪਾਂ ਹੋਰ ਉਦਾਹਰਨ ਲੈਨੇ ਆ he she ਕੋਈ ਵੀ ਆ ਸਕਦਾ ਹੈ she should have given the test or exam ਉਸ ਨੂੰ ਟੈਸਟ ਜਾਂ ਐਗਜ਼ਾਮ ਦੇਣਾ ਚਾਹੀਦਾ ਸੀ uses of should have ਠੀਕ ਹੈ ਜੀ should have ਦੀ ਵਰਤੋਂ ਪਾਸਟ ਦੀ ਕਿਸੇ ਗੱਲ ਨੂੰ ਪ੍ਰੈਜ਼ੈਂਟ ਚ ਰਿਪਰੈਜ਼ੈਂਟ ਕਰਦਾ ਦੋ ਹੀ ਚੀਜ਼ਾਂ ਦੇ ਕੰਮ ਆਉਂਦਾ ਕਿਸੇ ਨੂੰ ਸਲਾਹ ਦੇਣੀ ਲੈਣੀ ਸਮਝਾਉਣਾ ਦੈਟਸ ਇਟ ਤੀਸਰੀ ਕਿਸੇ ਚੀਜ਼ ਦੇ ਕੰਮ ਨਹੀਂ ਆਉਂਦਾ ਇਧਰੋਂ ਸੁਣਿਓ ਇਧਰੋਂ ਕੱਢ ਦਿਓ ਆਪਣੇ ਟੀਚਰ ਤੇ ਭਰੋਸਾ ਰੱਖਿਓ ਜਿਹਨੇ ਪੜਾਇਆ ਪੂਰਾ ਪ੍ਰੋਮਿਸੇਬਲ ਪੜਾਇਆ ਹੋਰ ਚੀਜ਼ ਦੇ ਕੰਮ ਆਉਂਦਾ ਉਹ ਜ਼ਰੂਰ ਦੱਸਦਾ ਯੂ ਅੰਡਰਸਟੈਂਡ ਇਹ ਦੇਸੀ ਮੈਥਡ ਦੇ ਨਾਲ ਪੜਾਉਣਾ ਪੰਜਾਬੀ ਵੇ ਨਾਲ ਤਾਂ ਇਸ ਦੀ ਪਹਿਚਾਣ ਕੀ ਹੈ ਸਾਨੂੰ ਕਿਵੇਂ ਪਤਾ ਚੱਲੂ ਵੀ ਇੱਥੇ ਸ਼ੁੱਡ ਹੈ ਵੀ ਲੱਗੂ ਤਾਂ ਇਹਦੀ ਪਹਿਚਾਣ ਹੈ ਕਿ ਪੰਜਾਬੀ ਦੇ ਅੰਤ ਚ ਆਉਣਾ ਚਾਹੀਦਾ ਸੀ ਚਾਹੀਦੀ ਸੀ ਚਾਹੀਦੇ ਸਨ ਇੱਕ ਹੁੰਦਾ ਕਿ ਮੈਨੂੰ ਪੈਨ ਚਾਹੀਦਾ ਸੀ ਉਹ ਤੁਹਾਡੀ ਲੋੜ ਹੈ ਇਹ ਚਾਹੀਦਾ ਉਹ ਚਾਹੁੰਦਾ ਉਹਦੇ ਚ ਇੰਗਲਿਸ਼ ਆਉਂਦੀ ਆਈ ਵਾਂਟ ਆਈ ਨੀਡ ਤਾਂ ਇਹਦੇ ਚ ਹੈ ਕਿ ਤੈਨੂੰ ਉਹਦੇ ਘਰ ਨਹੀਂ ਜਾਣਾ ਚਾਹੀਦਾ ਸੀ ਤੈਨੂੰ ਪੈਨ ਨਹੀਂ ਲੈਣਾ ਚਾਹੀਦਾ ਸੀ ਇਹ ਨਹੀਂ ਕਿ ਮੈਨੂੰ ਪੈਨ ਚਾਹੀਦਾ ਸੀ ਉਹ ਹੋਰ ਚੀਜ਼ ਹੈ ਉਹ ਅੱਗੇ ਜਾ ਕੇ ਸਮਝਾਉਂਗਾ ਬਹੁਵਚਨ ਹੋਵੇ ਇੱਕ ਵਚਨ ਪਲੂਰਲਸ ਹੋਵੇ ਜਾਂ ਸਿੰਗੂਲਰ ਦੋਹਾਂ ਦੇ ਨਾਲ ਯੂਜ਼ ਹੋ ਯੂਜ਼ਸ ਆਫ should have verb ਦੀ ਥਰਡ ਫਾਰਮ ਹੀ ਲੱਗੂਗੀ ਪਲੱਸ ਆਬਜੈਕਟ ਤਾਂ ਇੱਥੇ ਆਪਣੇ ਕੋਲ ਆ ਗਿਆ ਫਾਰਮੂਲਾ ਕਹਿੰਦਾ ਪਹਿਲਾਂ ਯੂਜ਼ ਕਰੋ ਸਬਜੈਕਟਸ ਫਿਰ uses of should plus have ਦੇ ਨਾਲ verb ਦੀ third form ਅਤੇ object ਤਾਂ ਆਪਾਂ ਨੇ ਇਹ ਚੀਜ਼ sentences ਨੂੰ ਇੱਥੇ examples ਦੇ ਦਿੱਤੀ ਹੈ clear ਹੈ Yes, ਕੋਈ confusion No, sir. ਕੋਈ doubt No, sir. any question No, sir. please write that okay ਜੀ ਅੱਗੇ ਵਧਦੇ ਹਾਂ ਥੋੜਾ ਧਿਆਨ ਦੇਣਾ ਮੋਸਟਲੀ ਕੀ ਹੁੰਦਾ ਹੈ ਕਿ ਸਕੂਲਸ ਦੇ ਵਿੱਚ ਨਾ ਇਹ ਜਿਹੜੇ ਮੈਟੋਡਸ ਹੁੰਦੀਆਂ ਜਿਵੇਂ should have must have could have ਇਹ ਆਮ ਸਟੂਡੈਂਟਸ ਨੂੰ ਕਰਾਉਂਦੇ ਹੀ ਨਹੀਂ ਹੈ ਟੀਚਰਸ ਸੋ ਡਿਊ ਟੂ ਦੈਟ ਆਈ ਐਮ ਨਾਟ ਸੇਇੰਗ ਕਿ ਸਾਰੇ ਹੀ ਨਹੀਂ ਕਰਾਉਂਦੇ ਬਟ ਇਹ ਕਿ ਇਹ ਬਹੁਤ ਇੰਪੋਰਟੈਂਟ ਪਾਰਟਸ ਬਣਨੇ ਜਾਂਦੇ ਆ ਜੋ ਕਿ ਇੱਕ ਕੈਨ ਕੁਡ ਵੁੱਡ ਸ਼ੁੱਡ ਤੱਕ ਕਰਾਏ ਜਾਂਦੇ ਆ ਬਟ ਇਹ ਚੀਜ਼ਾਂ ਇੰਨੀ ਡਿਟੇਲ 'ਚ ਨਹੀਂ ਕਰਾਈਆਂ ਜਾਂਦੇ ਜੋ ਕਿ ਬਹੁਤ ਇੰਪੋਰਟੈਂਟ ਹੈ ਜਿਵੇਂ ਕਿ ਆਪਾਂ ਇਸ ਨੂੰ ਅੱਗੇ ਵਧਦੇ ਹਾਂ ਜਿਵੇਂ ਇੱਥੇ ਆਇਆ they should have come here ਤਾਂ ਇਹਦੀ ਪੰਜਾਬੀ ਬਣਦੀ ਹੈ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਜਿਵੇਂ ਕਿ ਇਹ ਆ ਗਿਆ ਸਬਜੈਕਟ uses of should have ਦਾ ਪ੍ਰਯੋਗ ਇਹ ਆ ਗਈ verb ਦੀ third form come came come this is called object ਹੁਣ ਆ ਗਿਆ negative ਉਹਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ ਤਾਂ ਇੱਥੇ ਆਉਂਦਾ ਹੈ they should not have ਇੱਥੇ ਧਿਆਨ ਦੇਣਾ ਕਿ ਕੁਝ ਬੱਚੇ ਗਲਤੀ ਕੀ ਕਰਦੇ ਆ ਕਿ ਉਹ should have not ਕਰਦੇ ਆ
ਕਿਉਂਕਿ ਜਦੋਂ ਇਹ ਡਬਲ ਮਿਡੋਲਸ ਹੁੰਦਾ ਜਿਹੜਾ ਕਿ should plus have ਦੇ ਨਾਲ, ਤਾਂ ਇਹਦੇ ਵਿੱਚੋਂ ਜਦੋਂ ਤੁਸੀਂ ਇੱਥੇ ਲਾਉਣੇ ਹੋ ਕਿ they should not have, ਤਾਂ not ਇਸ ਤੇ ਫੋਕਸ ਕਰਦਾ ਹੈ, ਤਾਂ ਹੀ ਇਸ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਅਗਰ should have not ਕਰੋਗੇ ਉਹ ਗਲਤ ਹੋ ਜਾਏਗਾ। ਸੋ ਇੱਥੇ ਆ ਗਿਆ ਹੁਣ ਇਹਦਾ ਬੋਲਣ ਦਾ ਵੀ ਇੱਕ ਲਿਹਾਜ਼ ਹੈ। ਤਾਂ ਪਹਿਲੀ ਗੱਲ ਆਪਾਂ ਕਿਸੇ ਨੂੰ ਕਹਿ ਰਹੇ ਹਾਂ they should not have gone there, ਉਹਨਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ ਜਾਂ ਨਹੀਂ ਇੱਥੇ ਆਉਣਾ ਚਾਹੀਦਾ ਸੀ। ਹੁਣ ਦੂਸਰਾ ਹੁੰਦਾ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ, ਰਾਈਟ। ਸੋ ਜਿਵੇਂ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ, should they have come here, ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ। ਬਟ ਇੱਕ ਕੁਐਸਚਨ ਮਾਰਕ, ਇੱਕ ਲੈਂਗੁਏਜ ਹੈ ਕਿ ਪਹਿਲੀ ਲਾਈਨ ਮੋਸਟਲੀ ਬੱਚੇ ਗਲਤੀ ਇਹ ਕਰਦੇ ਆ they should have come here, they should not have, no, ਕੋਈ ਸਲੈਂਗ ਚੱਲ ਰਿਹਾ ਹੈ। ਪਹਿਲਾ ਹੈ ਕਿ they should have come here, ਇੱਕ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ। ਇੱਕ ਹੁੰਦਾ ਦੂਸਰਾ ਬੰਦਾ ਜਿਸ ਦੀ ਸੋਚ ਹੈ ਕਿ ਉਹਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ, ਤਾਂ ਉਹਨੂੰ ਬੋਲਣਾ ਪਏਗਾ they should not have come here, ਮਤਲਬ ਉਹਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ। ਤਾਂ ਮੇਨ ਫੋਕਸ ਉਹ ਕਰੇਗਾ ਇਸ ਤੇ। ਇੱਕ ਹੋਰ ਕੈਂਡੀਡੇਟ ਹੈ ਜੋ ਕਹਿੰਦਾ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ, should they have come here, ਮਤਲਬ ਉਹ ਬਾਡੀ ਲੈਂਗੁਏਜ ਉਹਦੀ ਬਦਲ ਜਾਏਗੀ ਕਿਉਂਕਿ this is question, ਤਾਂ ਇਸ ਕਰਕੇ ਕੁਐਸਚਨ ਦੀ ਤਰ੍ਹਾਂ ਹੀ ਇਸ ਨੂੰ ਪੁੱਛਣਾ ਪਏਗਾ ਕਿ ਉਹਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ, should they not have come here, ਕਿ ਉਹਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ। ਤਾਂ ਫਰਸਟ they should have come here, they should not have come here, should they have come here, should they not have come here, so means ਇਹ ਤੁਹਾਡਾ ਇੱਕ ਬੋਲਣ ਦਾ ਜੋ ਲਿਹਾਜ਼ ਹੈ, ਜੋ ਤੁਹਾਡਾ ਸਲੈਂਗਸ ਹੈ, ਤੁਹਾਡਾ ਵੇ ਆਫ ਟਾਕਿੰਗ ਹੈ, ਉਹ ਬਹੁਤ ਇੰਪ੍ਰੈਸਿਵ ਹੁੰਦਾ ਹੈ। ਤਾਂ ਇਦਾਂ ਨਹੀਂ ਹੁੰਦਾ ਕਿ ਜਿਵੇਂ ਅਸੀਂ ਪੰਜਾਬੀ ਲੋਕ ਬੋਲਦੇ ਹਾਂ, ਸਾਨੂੰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ। Clear? Yes, sir. Confusion? No, sir. Any doubt? No, sir. Please write that.